ਹਰ ਕਰ ਮਾਤ ਹਾਦਰ ਹੋਤ ਜਹਾਂ ਸਿਮਰੈ। ਸੁਖ ਸਾਗਰ ਜਾਹੇ ਪਿਖੈ ਸੁਰ ਸਾਦਰ। ਸਾਦਰ ਚੈ ਇਕ ਬਾਦਰ ਹੈ ਸਿੱਖ ਹਵੈ ਨਰ ਜੋ। ਕਾਦਰ ਹੈ ਜਮ ਗੋਤ ਆਦਰ ਗੁਰੂ ਤੇਗ ਬਹਾਦਰ। ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ। ਜਿਉ ਭਾਵੈ ਤਿਵੈ ਬੁਲੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ। ਜਿਉ ਭਾਵੈ ਤਿਵੈ ਬੁਲੈਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਸਰਵਤਰ ਮਾਨਵਤਾ ਦੇ ਸਾਂਝੇ ਰਹਿਬਰ ਸਮੂਹ ਸ੍ਰਿਸ਼ਟੀ ਦੇ ਉਧਾਰ ਕਰਤਾ ਦਸੋਂ ਹੀ ਗੁਰੂ ਸਾਹਿਬਾਨਾਂ ਦੇ ਪ੍ਰਤੱਖ ਆਤਮਿਕ ਗਿਆਨ ਸਵਰੂਪ ਸਾਹਿਬ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਰੂਹਾਨੀ ਗੋਦ ਦੇ ਅੰਦਰ ਬੈਠ ਕੇ ਮਹਾਂਪੁਰਸ਼ਾਂ ਦੀ ਤਪੋ ਭੂਮੀ ਤੇ ਹਾਜ਼ਰੀ ਲਗਵਾਉਣ ਵਾਸਤੇ ਉਪਸਥਿਤ ਹੋਏ ਗੁਰੂ ਰੂਪ ਗੁਰੂ ਖਾਲਸਾ ਸਰਵਤਰ ਸਾਧ ਸੰਗਤ ਜੀਓ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਹਾਨ ਰਹਿਮਤ ਕਿਰਪਾਲਤਾ ਦਿਆਲਤਾ ਦਾ ਸਦਕਾ ਸਾਡੇ ਸਾਰਿਆਂ ਦੇ ਅਤੀ ਉੱਤਮ ਵੱਡੇ ਭਾਗ ਨੇ ਜੋ ਵਾਹਿਗੁਰੂ ਜੀ ਨੇ ਸਾਨੂੰ ਇਹ ਜ਼ਿੰਦਗੀ ਬਖਸ਼ਿਸ਼ ਕੀਤੀ ਹੈ, ਸਵਾਸ ਬਖਸ਼ਿਸ਼ ਕੀਤੇ ਨੇ। ਇਹਨਾਂ ਪਲਾਂ ਨੂੰ ਇਹਨਾਂ ਸਵਾਸਾਂ ਨੂੰ ਜ਼ਿੰਦਗੀ ਦੀਆਂ ਅਮੁੱਲ ਘੜੀਆਂ ਨੂੰ ਸਫਲ ਕਰਨ ਵਾਸਤੇ ਗੁਰੂ ਕੀ ਹਜ਼ੂਰੀ ਦੇ ਅੰਦਰ ਪਹੁੰਚੇ ਹਾਂ। ਸਬੱਬ ਬਣਿਆ ਹੈ ਮਹਾਂਪੁਰਸ਼ ਬ੍ਰਹਮ ਬੇਤੇ ਮੁਜੱਸਮੇ ਧੰਨ ਧੰਨ ਬਾਬਾ ਮਹਿਮੇ ਸ਼ਾਹ ਜੀ ਮਹਾਂਪੁਰਸ਼ਾਂ ਦਾ 205ਵਾਂ ਬਰਸੀ ਸਮਾਗਮ ਔਰ ਗੁਰੂ ਤੇਗ ਬਹਾਦਰ ਦਾ ਮਹਾਂਪੁਰਸ਼ ਬਾਬਾ ਗੁਰਮੁਖ ਸਿੰਘ ਜੀ, ਬਾਬਾ ਜਸਵੀਰ ਸਿੰਘ ਜੀ, ਬਾਬਾ ਰਾਜਵੀਰ ਸਿੰਘ ਜੀ ਤਥਾ ਸਮੂਹ ਸੰਗਤ ਨਗਰ ਪੰਚਾਇਤ ਗੁਰੂ ਸਵਾਰੇ ਗੁਰੂ ਪਿਆਰੇ ਅਨੇਕਾਂ ਮਹਾਂਪੁਰਸ਼ ਅਲੱਗ-ਅਲੱਗ ਭੇਖਾਂ ਦੇ ਆਪ ਗੁਰ ਸੰਗਤ ਜੀ ਦੇ ਸਮਕਸ਼ ਆਪੋ ਆਪਣੇ ਵਚਨ ਔਰ ਸਤਿਗੁਰੂ ਜੀ ਵੱਲੋਂ ਮਿਲੀ ਹੋਈ ਮਤ ਸਮਤ ਅਨੁਸਾਰ ਆਪ ਜੀ ਦੇ ਨਾਲ ਵਿਚਾਰਾਂ ਕਰਕੇ ਗਏ ਨੇ ਔਰ ਆਉਣ ਵਾਲੇ ਸਮੇਂ ਦੇ ਅੰਦਰ ਵੀ ਵਿਦਵਾਨ ਗੁਰਮੁਖਾਂ ਨੇ ਆਪ ਜੀ ਦੇ ਨਾਲ ਗੁਰਮਤਿ ਦੀਆਂ ਵਿਚਾਰਾਂ ਕਰਨੀਆਂ ਨੇ। ਔਰ ਸਾਡੇ ਰਾੜਾ ਸਾਹਿਬ ਸੰਪਰਦਾਇ ਤੋਂ ਸ਼੍ਰੀਮਾਨ ਬਾਬਾ ਮਨਵੀਰ ਸਿੰਘ ਜੀ ਜਿਨ੍ਹਾਂ ਨੇ ਦਾਸ ਤੋਂ ਪਹਿਲੋਂ ਰੂਹਾਨੀ ਕੀਰਤਨ ਕਰਦਿਆਂ ਹੋਇਆਂ ਪ੍ਰਹਿਲਾਦ ਜੀ ਦੇ ਪਾਵਨ ਜੀਵਨ ਤੇ ਚਾਨਣਾ ਪਾਉਣਾ ਕੀਤਾ ਔਰ ਵਿਸ਼ਵਾਸ ਦਾ ਉਹ ਜੀਵਨ ਜਿਸ ਵਿਸ਼ਵਾਸ ਦੀ ਜਿੱਤ ਹੋਈ ਤੇ ਅਹੰਕਾਰ ਕਰਨ ਵਾਲਿਆਂ ਨੂੰ ਵਾਹਿਗੁਰੂ ਜੀ ਨੇ ਪਿੱਠ ਦਿੱਤੀ ਹੈ। ਗੁਰੂ ਰਾਮਦਾਸ ਜੀ ਦੇ ਪਾਵਨ ਬਚਨਾਂ ਅਨੁਸਾਰ ਹਰ ਜੁਗ ਜੁਗ ਭਗਤ ਉਪਾਇਆ
ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇਹ ਵਾਹਿਗੁਰੂ ਜੀ ਦੇ ਘਰ ਦਾ ਬਿਰਧ ਹੈ ਕਿ ਜੋ ਵਾਹਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਨੇ, ਜੋ ਭੈ ਤੋਂ ਰਹਿਤ ਹੋ ਕਰਕੇ ਨਿਰਭੈਤਾ ਵਾਲਾ ਜੀਵਨ, ਕੇਵਲ ਵਾਹਿਗੁਰੂ ਜੀ ਦੇ ਡਰ ਵਾਲਾ ਜੀਵਨ ਸਫਲ ਕਰਦੇ ਨੇ, ਉਹਨਾਂ ਦੀ ਵਾਹਿਗੁਰੂ ਜੀ ਸਦਾ ਹੀ ਪੈਜ ਰੱਖਦਾ ਹੈ। ਆਦਿ ਜੁਗਾਂ ਤੋਂ ਵਾਹਿਗੁਰੂ ਜੀ ਨੇ ਪੈਜ ਰੱਖੀ, ਔਰ ਜਿਨ੍ਹਾਂ ਦੀ ਰਸਨਾ ਤੇ ਵਾਹਿਗੁਰੂ ਜੀ ਦੇ ਰਾਮ ਦੇ ਨਾਮ ਦਾ ਵਾਸਾ ਹੋਇਆ। ਕਬੀਰ ਬਾਬਾ ਜੀ ਦਾ ਵਚਨ ਹੈ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ। ਆਦ ਜੁਗਾਂ ਤੋਂ ਜਿਨ੍ਹਾਂ ਦੀ ਰਸਨਾ ਤੇ ਵਾਹਿਗੁਰੂ ਜੀ ਨੇ ਵਾਸ ਕੀਤਾ, ਜਿਨ੍ਹਾਂ ਦੀ ਰਸਨਾ ਨੇ ਸਦਾ ਹੀ ਕਿਹਾ ਵਾਹੋ ਵਾਹੋ ਕਰਤੀ ਰਸਨਾ, ਸ਼ਬਦ ਸੁਹਾਈ ਸ਼ਬਦ ਪ੍ਰਭ ਮੇਰੀ, ਬਡਭਾਗੀ ਹੋਵੇ ਨਾਨਕ ਦਰ ਸੱਚੇ ਸੋਭਾ ਪਾਈ। ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੀ ਰਸਨਾ ਨੇ ਸਦਾ ਹੀ ਜਪਿਆ ਸਤਨਾਮ ਸ਼੍ਰੀ ਵਾਹਿਗੁਰੂ, ਕਹਿੰਦੇ ਵਾਹੋ ਵਾਹੋ ਕਰਨ ਵਾਲੀ ਰਸਨਾ ਨੂੰ ਉਸ ਵਾਹਿਗੁਰੂ ਪਰਮੇਸ਼ਰ ਜੀਆਂ ਨੇ ਐਸੇ ਭਗਤ ਬਣਾ ਕੇ ਤਾਂ ਕੋ ਸੁਖ ਬਿਸਰਾਮ, ਉਹਨਾਂ ਦੇ ਜੀਵਨ ਦੇ ਅੰਦਰ ਸਦਾ ਵਾਸਤੇ ਖੇੜਾ ਸੁਖ ਸ਼ਾਂਤੀ ਦੀ ਭਟਕਣਾ ਮੁੱਕ ਗਈ, ਉਹਨਾਂ ਦੇ ਜੀਵਨ ਦੇ ਵਿੱਚੋਂ ਖੰਡਾ ਮੁੱਕ ਗਿਆ। ਪ੍ਰਹਿਲਾਦ ਜੀ ਜਿਨ੍ਹਾਂ ਦਾ ਸਮੁੱਚਾ ਜੀਵਨ ਆਪ ਜੀ ਨੇ ਸ਼ਰਵਣ ਕੀਤਾ ਹੈ, ਔਰ ਬਾਬਾ ਮਨਵੀਰ ਸਿੰਘ ਜੀਆਂ ਨੇ ਇੱਥੇ ਆ ਕੇ ਆਪਣੀ ਬਾਣੀ ਨੂੰ ਵਿਚਾਰ ਨੂੰ ਵਿਰਾਮ ਦਿੱਤਾ ਕਿ ਸਤਿਗੁਰੂ ਜੀ ਨੇ ਆਪਣੇ ਭਗਤ ਦੀ ਲਾਜ ਰੱਖੀ, ਔਰ ਹੋਲਕਾ ਜੋ ਭਗਤ ਪ੍ਰਹਿਲਾਦ ਜੀਆਂ ਨੂੰ ਅਗਨ ਦੇ ਵਿੱਚ ਲੈ ਕੇ ਬੈਠੀ ਹੈ, ਤੇ ਵਾਹਿਗੁਰੂ ਜੀ ਵੱਲੋਂ ਇਹ ਕੁਦਰਤ ਦੀ ਮਾਇਆ ਜੋ ਰਚੀ ਹੋਈ ਹੈ, ਉਹ ਮਾਇਆ ਨੇ ਵੀ ਆਪਣਾ ਸੁਭਾਅ ਬਦਲ ਦਿੱਤਾ। ਉਹ ਅਗਨ ਨੇ ਆਪਣਾ ਸੁਭਾਅ ਬਦਲਿਆ, ਨਾ ਭਗਤ ਨੂੰ ਜਲ ਡੋਬ ਸਕਿਆ, ਨਾ ਦਰਖਤ ਤੋਂ ਸੁੱਟਿਆ ਕੋਈ ਸੱਟ ਵੱਜੀ, ਤੇ ਨਾ ਉਹਨਾਂ ਨੂੰ ਉੱਚੇ ਪਹਾੜ ਤੋਂ ਸਿੱਟਿਆ, ਤੇ ਨਾ ਕੋਲਿਆਂ ਦੇ ਅੰਗਿਆਰ ਤੇ ਉਹਨਾਂ ਨੂੰ ਕੋਈ ਸਾੜ ਸਕਿਆ। ਸੋ ਗੁਰੂ ਸਵਾਰਿਓ, ਵਾਹਿਗੁਰੂ ਜੀ ਨੇ ਇਸ ਤਰ੍ਹਾਂ ਵਡਿਆਈਆਂ ਦਿੱਤੀਆਂ ਤੇ ਲੋਕਾਂ ਨੇ ਪ੍ਰਹਿਲਾਦ ਜੀ ਨੂੰ ਚੁੱਕਣਾ ਕੀਤਾ। ਸਾਡੇ ਹਿੰਦੁਸਤਾਨ ਦੇ ਅੰਦਰ ਰੁੱਤਾਂ ਮੁਤਾਬਕ ਆਉਂਦੇ ਨੇ, ਉਹ ਤਿਉਹਾਰ ਉਹਨਾਂ ਮੁਤਾਬਕ ਹਾਂ, ਉਹਨਾਂ ਦੇ ਵਿੱਚ ਇਹ ਹੋਲੀ ਦਾ ਤਿਉਹਾਰ ਜਿਹੜਾ ਹੈ, ਇਹ ਰੁੱਤ ਦਾ ਤਿਉਹਾਰ ਵੀ ਹੈ। ਬਸੰਤ ਰੁੱਤ ਦੀ ਇਹ ਸਮਾਂ ਚੱਲ ਰਿਹਾ ਹੈ। ਫਾਗ ਫੱਗਣ ਦੇ ਮਹੀਨੇ ਦੇ ਵਿੱਚ ਇਹ ਜੋ ਦਿਨ ਖੁੱਲ ਜਾਂਦੇ ਨੇ, ਹਰ ਪਾਸੇ ਖੇੜਾ ਹੀ ਖੇੜਾ ਹੁੰਦਾ ਹੈ, ਤੇ ਇਸ ਸਮੇਂ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਵਰਣ ਦੇ ਮੁਤਾਬਕ ਦੇਖਿਆ ਜਾਵੇ ਤੇ ਕਸ਼ਤਰੀਆਂ ਨੂੰ ਸਾਡੇ ਹਿੰਦੁਸਤਾਨ ਦੇ ਅੰਦਰ ਦੁਸ਼ਹਿਰੇ ਦਾ ਸਮਾਗਮ ਦਿੱਤਾ ਗਿਆ ਹੈ। ਵੈਸ਼ ਨੇ ਜਿਹੜੇ ਇਹ ਦੀਪਾਵਲੀ ਦਾ ਤਿਉਹਾਰ ਮਨਾਉਂਦੇ ਨੇ, ਔਰ ਜਿਹੜਾ ਇਹ ਹੋਲੀ ਦਾ ਤਿਉਹਾਰ ਹੈ, ਇਹ ਜਿੱਥੇ ਵਰਣ ਦੇ ਨਾਲ ਵੀ ਸੰਬੰਧਿਤ ਹੈ, ਜਿੱਥੇ ਇਹ ਇਤਿਹਾਸ ਦੇ ਨਾਲ ਵੀ ਸੰਬੰਧਿਤ ਹੈ, ਉੱਥੇ ਇਹ ਮੌਸਮ ਦੇ ਨਾਲ ਵੀ ਸੰਬੰਧਿਤ ਹੈ। ਮੌਸਮ ਦੇ ਸੰਬੰਧ ਦੇ ਅੰਦਰ ਫਾਗ ਦਾ ਮਹੀਨਾ, ਫੱਗਣ ਦਾ ਮਹੀਨਾ ਹੈ, ਬਸੰਤ ਰੁੱਤ ਹੈ। ਇਹ ਦੂਜੇ ਪਾਸੇ ਮਿਥਿਹਾਸ ਦੇਖੀਏ ਤਾਂ ਪ੍ਰਹਿਲਾਦ ਜੀ ਦੀ ਜੈ ਜੈਕਾਰ ਹੋਈ, ਹਰਨਾਕਸ਼ ਦਾ ਵੱਧ ਹੋਇਆ, ਹੋਲਕਾ ਮਾਰੀ ਗਈ। ਇਹ ਮਿਥਿਹਾਸ ਦਾ ਇਤਿਹਾਸ ਦੇ ਸੰਬੰਧ ਦੇਖੀਏ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹੋਲੇ ਮੱਲੇ ਦਾ ਤਿਉਹਾਰ ਸਾਨੂੰ ਬਖਸ਼ਿਸ਼ ਕੀਤਾ ਹੈ। ਪ੍ਰਹਿਲਾਦ ਜੀ ਦੀ ਜੈ ਜੈਕਾਰ ਦੇ ਸਮੇਂ ਹਿੰਦੁਸਤਾਨ ਦੇ ਛਾਤਰ ਦਿਮਾਗ ਲੋਕਾਂ ਨੇ ਇਸ ਤਿਉਹਾਰ ਨੂੰ ਸ਼ੂਦਰਾਂ ਨੂੰ ਦੇ ਦਿੱਤਾ।
ਕਿ ਇਹ ਜਿਹੜਾ ਤਿਉਹਾਰ ਹੈ ਇਹ ਸ਼ੂਦਰਾਂ ਦਾ ਹੈ, ਵੈਸ਼ਾਂ ਦਾ ਵੀ। ਇਸ ਦਿਨ ਇੱਕ ਦੂਜੇ ਤੇ ਪਹਿਲੋਂ ਸਵਾਹ ਪਾਉਂਦੇ, ਰੰਗਾਂ ਨਾਲ ਖੇਡਦੇ, ਔਰ ਇੱਥੋਂ ਤੱਕ ਗਿਰਾਵਟ ਆ ਗਈ ਕਿ ਮਾਸ ਮਿੱਟੀ ਦਾ ਸੇਵਨ ਕਰਦੇ ਆਂ, ਆਪ ਦਾ ਸੇਵਨ ਕਰਦੇ ਆਂ। ਹੋਇਆ ਗੰਦ ਜਿਹੜਾ ਉਹ ਇੱਕ ਦੂਜੇ ਤੇ ਸੁੱਟ ਕੇ ਹੀ ਇਸ ਤਿਉਹਾਰ ਨੂੰ ਮਨਾਉਣ ਦੀ ਇਹ ਪਰੰਪਰਾ ਚਲਾ ਲੈਣੀ ਕੀਤੀ ਕਿ ਇਹ ਤਿਉਹਾਰ ਤਾਂ ਇੱਕ ਦੂਜੇ ਤੇ ਗੰਦ ਪਾਉਣ ਦਾ ਤਿਉਹਾਰ ਹੈ, ਸ਼ੂਦਰਾਂ ਨੂੰ ਮਿਲਿਆ ਹੈ। ਤੇ ਗੁਰਮੁਖ ਪਿਆਰਿਓ, ਪੂਰਬੀਏ ਅੱਜ ਵੀ ਇਹ ਤਿਉਹਾਰ ਨੂੰ ਮਨਾਉਣ ਵਾਸਤੇ ਕਿੰਨੇ ਦਿਨ ਛੁੱਟੀਆਂ ਕਰ ਲੈਂਦੇ ਨੇ, ਔਰ ਉਹਨਾਂ ਨੇ ਖਾਣਾ ਪੀਣਾ, ਆਪਣਾ ਹੋਸ਼ ਖਤਮ ਕਰ ਲੈਣਾ, ਬੇਹੋਸ਼ ਹੋ ਕਰਕੇ ਨਸ਼ੇ ਦੇ ਵਿੱਚ ਆ ਕੇ ਇੱਕ ਦੂਜੇ ਨੂੰ ਕੁੱਟ ਮਾਰ ਵੀ ਕਰਦੇ ਨੇ। ਇਹ ਛਾਤਰ ਦਿਮਾਗ ਲੋਕਾਂ ਨੇ ਕਿਹਾ ਕਿ ਲੁਕਾਈ ਦਾ ਧਿਆਨ ਕਿਤੇ ਇਧਰ ਨਾ ਚਲੇ ਜਾਵੇ ਕਿ ਅੱਜ ਦੇ ਦਿਨ ਇੱਕ ਹੰਕਾਰ ਦੇ ਅਮਰਤਾ ਹੋਈ ਹੈ। ਕਿਤੇ ਇਹ ਲੋਕ ਆਪਣੇ ਮਨ ਦੇ ਵਿੱਚ ਦ੍ਰਿੜ ਵਿਸ਼ਵਾਸ ਨਾ ਕਰ ਲੈਣ ਕਿ ਸੱਚ ਜਿਹੜਾ ਹੈ ਉਹ ਸਦਾ ਹੀ ਜਿੱਤਦਾ ਹੈ। ਜਿੱਤੇ ਅਤਿਆਚਾਰ ਹੁੰਦਾ ਹੈ ਉਹਨੂੰ ਇੱਕ ਨਾ ਇੱਕ ਦਿਨ ਉਸ ਅਤਿਆਚਾਰ ਨੂੰ ਦੂਰ ਕਰਨ ਵਾਸਤੇ ਸ਼ਾਸਤਰ ਚੁੱਕਣਾ ਪੈਂਦਾ ਹੈ। ਇਧਰ ਇਹਨਾਂ ਦਾ ਹੋਸ਼ ਨਾ ਹੋ ਜਾਵੇ, ਹੀ ਬਸ ਵਿਲੀਨ ਕਰ ਦੇਣਾ ਕੀਤਾ। ਤੇ ਗੁਰਮੁਖ ਪਿਆਰਿਓ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਜੀ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਵਿੱਚ ਹੋ, ਤੇ ਆਪ ਜੀ ਨੇ ਉਸ ਸਮੇਂ ਤੋਂ ਹੀ ਇਹ ਸਾਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ। ਤਿਉਹਾਰਾਂ ਦੇ ਸੰਬੰਧ ਅੰਦਰ ਵੀ ਸਮਝਾਇਆ ਹੈ। ਪਾਵਨ ਗੁਰਬਾਣੀ ਕਹਿੰਦੀ ਹੈ, ਆਜ ਹਮਾਰਾ ਬਨੈ ਫਾਗ। ਇਸ ਸ਼ਬਦ ਦੇ ਅੰਦਰ ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਕਿ ਭਾਈ ਸਾਡੀ ਹੋਲੀ ਕੀ ਹੈ? ਅਸੀਂ ਸਾਧੂਆਂ ਦੀ ਸੰਗਤ ਕਰਨੀ ਹੈ, ਅਸੀਂ ਗੁਰਮੁਖਾਂ ਦੀ ਸੰਗਤ ਵਿੱਚ ਬੈਠਣਾ ਹੈ। ਉਹਨਾਂ ਦੀ ਸੰਗਤ ਵਿੱਚੋਂ ਸਾਨੂੰ ਰੰਗਤ ਆਵੇਗੀ, ਉਹਨਾਂ ਦੀ ਸੰਗਤ ਵਿੱਚੋਂ ਉਹਨਾਂ ਦੀ ਸੇਵਾ ਕੀਤਿਆਂ ਸਾਨੂੰ ਇਹ ਸਤ ਸੰਤੋਖ ਦਇਆ ਧਰਮ ਧੀਰਜ ਐਸਾ ਰੰਗ ਲੱਗੇਗਾ। ਕਿਉਂਕਿ ਸਾਡੇ ਜਿਹੜੇ ਕੱਪੜੇ ਨੇ ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕੇ ਲੈਨ ਜੋ ਤੇਰਾ ਨਾਉ, ਲੈਨ ਜੋ ਤੇਰਾ ਨਾਉ ਤਿਨਾ ਕੇ ਹਉ ਸਦ ਕੁਰਬਾਨੈ ਜਾਉ। ਕਾਇਆ ਰੰਗਣ ਜੇਥੀਏ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ। ਇਹ ਜਿਹੜੀ ਕਾਇਆ ਰੂਪੀ ਇਹ ਕੱਪੜਾ ਹੈ, ਵਸਤਰ ਹੈ, ਇਹਨੂੰ ਹੋਸ਼ੇ ਰੰਗ ਉਤਰ ਕੇ ਇਸ ਨੂੰ ਲਾਲ ਰੰਗ ਕਿਵੇਂ ਲੱਗੇਗਾ, ਨਾਮ ਦਾ ਰੰਗ ਕਿਵੇਂ ਲੱਗੇਗਾ। ਇਹ ਅਸੀਂ ਹੋਲੀ ਤੋਂ ਇਹ ਸਿੱਖਿਆ ਲੈਣੀ ਹੈ। ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਇਹ ਰੰਗ ਸਾਨੂੰ ਸਾਧੂਆਂ ਦੀ ਸੰਗਤ ਵਿੱਚੋਂ ਲੱਗੇਗਾ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨ ਦੇ ਨਾਲ ਹੀ ਸਮੇਂ ਧਰਮ ਵਿੱਚ ਪਾਇਆ ਹੋਇਆ ਹੈ ਕਿ ਹੋਲੀ ਤੁਸੀਂ ਇੱਕ ਦੂਜੇ ਤੇ ਚਿੱਕੜ ਸੁੱਟ ਕੇ ਮਨਾਉਣੀ ਹੈ। ਅਸੀਂ ਦੱਸਦੇ ਹਾਂ ਤੁਹਾਨੂੰ ਹੋਲੀ ਕਿਵੇਂ ਮਨਾਈ ਜਾਂਦੀ ਹੈ। ਹੋਲੀ ਹੋਰ ਲੋਕਾਂ ਦਾ ਸਾਹਿਬ ਜੀ ਕਹਿੰਦੇ, ਹੇ ਹਿੰਦੁਸਤਾਨ ਦੇ ਲੋਗੋ, ਦਬਲੇ ਕੁਚਲੇ ਹੋਏ ਲੋਗੋ। ਕਿਉਂਕਿ ਜਿਸ ਦਿਨ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਸੀ ਮੇਰਾ ਖਾਲਸਾ ਦਿੱਲੀ ਤੇ ਲਾਹੌਰ ਤੇ ਰਾਜ ਕਰੇਗਾ, ਇੱਥੋਂ ਦੇ ਰਾਜੇ ਵੀ ਹੱਸੇ, ਕਸ਼ਤਰੀ ਵੀ ਹੱਸੇ ਕਿ ਕੀਰਾਂ ਦੀ ਦੇ ਕੋਲ ਵਾਲੀਆਂ ਦੇ ਲੋਕ ਗੋਬਿੰਦ ਸਿੰਘ ਕਹਿ ਹੋ ਸਕਦਾ। ਪਰ ਮਹਾਰਾਜ ਸਾਹਿਬ ਜੀ ਨੇ ਵਚਨ ਕੀਤੇ ਸਨ, ਮੇਰਾ ਖਾਲਸਾ इन गरीब सिखन को द्यूं पातशाही, अगर याद रखे हमरी गुरियाई। महाराज कहते ये गरीब सिख पातशाहियां करनगे, आखो सतनाम श्री वाहिगुरू। महाराज कहते मेरे गरीब सिख पातशाहियां करनगे। गुरमुख प्यारिओ, सतगुरु महाराज ने कहा कि जदों डक्के नूं मचाउंदे आ ते ओदी एक सीमा है, सीमा तो जदों डक्का ओदी
ਜਰਨ ਸ਼ਕਤੀ ਖਤਮ ਹੋ ਜਾਂਦੀ ਹੈ ਤੇ ਟੁੱਟ ਜਾਂਦਾ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਤੁਸੀਂ ਲੋਕਾਂ ਨੂੰ ਦਬਾਉਂਦੇ ਰਹੇ, ਲੋਕ ਦਬਦੇ ਰਹੇ, ਪਰ ਹੁਣ ਇਹ ਲੋਕ ਦਬਣ ਵਾਲੇ ਨਹੀਂ, ਕਿਉਂਕਿ ਇਹਨਾਂ ਲੋਕਾਂ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਐਸੀ ਰੂਹ ਫੂਕ ਦਿੱਤੀ। 1699 ਦੀ ਵਿਸਾਖੀ ਨੂੰ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ, ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਦੇ ਕਰਕੇ ਕਿਹਾ ਸੀ, ਖਾਲਸਾ ਜੀ ਤੁਸੀਂ ਹਮੇਸ਼ਾ ਸ਼ਸਤਰ ਧਾਰੀ ਹੋ ਕੇ ਰਹਿਣਾ ਹੈ। ਸ਼ਾਸਤਰ ਦੀ ਬਖਸ਼ਿਸ਼ ਕੀਤੀ, ਸ਼ਸਤਰ ਦੀ ਬਖਸ਼ਿਸ਼ ਕੀਤੀ ਹੈ। ਸ਼ਸਤਰ 5 ਕਕਾਰ ਦਿੱਤੇ ਨੇ ਮਹਾਰਾਜ ਨੇ, ਔਰ ਵਿਸਾਖੀ ਵਾਲੇ ਦਿਨ ਅੰਮ੍ਰਿਤ ਦੀ ਦਾਤ ਦਿੰਦਿਆਂ ਮਹਾਰਾਜ ਨੇ ਸ਼ਾਸਤਰ ਸਾਨੂੰ 5 ਬਾਣੀਆਂ ਦੇ ਨਾਲ ਜੋੜਿਆ ਹੈ। 5 ਬਾਣੀਆਂ ਨਿਤਨੇਮ ਦੀਆਂ, ਸ਼ਾਮ ਨੂੰ 2 ਬਾਣੀਆਂ ਰਹਿਰਾ ਸਾਹਿਬ ਤੇ ਸੌਣ ਲੱਗਿਆਂ ਕੀਰਤਨ ਸੋਲੇ ਦੀ ਬਖਸ਼ਿਸ਼ ਕੀਤੀ ਹੈ ਮਹਾਰਾਜ ਨੇ, ਕਿ ਖਾਲਸਾ ਜੀ ਤੁਸੀਂ ਸ਼ਾਸਤਰ ਦੇ ਨਾਲ, ਬਾਣੀ ਨਾਲ ਜੁੜਨਾ ਹੈ ਤੇ ਬਾਣੇ ਦੇ ਨਾਲ ਜੁੜਨਾ ਹੈ। ਸਸਨ ਚੁੱਕਿਓ ਮੈਂ ਕੇਵਲ ਟੂ ਆਤਰਣ ਮੰਡੰਗ ਬਰ ਭੰਡੰਗ ਭੁਜ ਦੰਦ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾ ਕਰਨੰ ਦੁਰਮਤ ਦਰਨੰ ਕਿਲ ਵਿਖਾਰਨੰ ਅਸਰਨੰ ਜੈ ਕਾਰਨ। ਸਾਹਿਬ ਜੀ ਕਹਿੰਦੇ ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਸਾਰੇ ਸ਼ਸਤਰਾਂ ਨੂੰ ਮੇਰੀ ਨਮਸਕਾਰ ਹੈ। ਸ਼ਸਤਰ ਨਾਮ ਮਾਲਾ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਸ਼ਸਤਰਾਂ ਨੂੰ ਨਮਸਕਾਰ ਕੀਤੀ, ਔਰ ਇਹੀ ਬਚਨ ਕਿਹਾ, ਯਹੀ ਹਮਾਰਾ ਪੀਰ, ਕਿ ਭਾਈ ਸਾਡੇ ਤਾਂ ਪੀਰ ਹੀ ਸ਼ਸਤਰ ਹਨ। ਗੁਰਮੁਖ ਪਿਆਰਿਓ, ਸਤਿਗੁਰੂ ਜੀ ਨੇ ਹੋਲੇ ਮਹੱਲੇ ਵਾਲੇ ਦਿਨ ਖਾਲਸੇ ਨੂੰ ਸ਼ਸਤਰਾਂ ਦੇ ਜੌਹਰ ਦਿਖਾਉਣ ਵਾਸਤੇ ਔਰ ਸ਼ਸਤਰਾਂ ਦੀ ਮਹਿਮਾ ਦੱਸੀ ਮਹਾਰਾਜ ਨੇ, ਕਿ ਸ਼ਸਤਰ ਦੀ ਮਹਿਮਾ ਕੀ। ਸ਼੍ਰੀ ਮੁਖ ਵਾਕ ਭਨਿਓ ਗਰੀਬ ਨਵਾਜ, शस्त्र के अधीन है राज, राज बिना नह धर्म चलै है, धर्म बिना सब दलै मलै है। कि शस्त्र दे अधीन राज है, बड़ी शक्ति है शस्त्र दी, एक माया दी बड़ी शक्ति हुंदी है। बहादुर शाह नूं महाराज ने कहा सी, कहंदा महाराज जी शक्ति की है? महाराज कहंदे एक शक्ति है माया दी, दूजी शक्ति है शमशीर दी। ये शक्ति जिहड़ी है इहदे अगे फिर कोई नहीं अड़े। शस्त्र समय सिर काम आउंदा है। एक कवि बिहारी राम जी होए न, उन्हां बचन किया है कि भंग भुंग घोटने को बैरी दल ठोकने को, मूर्ख के रोकने को सोटा सावधान है। फल फुल झाड़ने को, तस्कर मार डारने को, सप के हटावने को सोटा सावधान है। बग के चरावने को, कुत्ते के हटावने को, तस्कर मार डारने को सोटा सावधान है। कहत बिहारी राम सोटे का है सब जहान, जिस हाथ सोटा तिस ही का मान तान है। जिहदे हाथ विच सोटा है मान तान ओदा ही है। गुरमुख प्यारिओ, ते गुरु गोबिंद सिंह साहब जी ने बचन कहे सन, खालसा जी तुसीं शस्त्र दा बसाह नहीं करना, शस्त्र हमेशा अपने हस्त कमलों दे विच रखना है। जे आप जी आराम भी करते हो माछीवाड़ दे जंगलों दे अंदर, ते आप जी दे सज्जे हस्त कमल दे विच शस्त्र शमशीर सुत्तियां पियां भी पकड़ी हुई है। और यही महाराज साहब जी दे वचन सन कि सतगुरु निरंकार परमेश्वर वाहिगुरु जी, हे रब हे सस हे करुणानिध, मेरी अभय बिनती सुन लीजै। और न मांगत हों तुम ते कश, चाहत हों चित मैं सोई कीजै। शस्त्र स्यों अत ही रण पीतर, जूझ मरों तै साच पतीजै। संत सहाय सदा जग माहे, किरपा कर श्याम यह बर दीजै। महाराज साहब जी कहते, हे निरंकार परमेश्वर वाहिगुरु जी, जदों मेरा शरीर का अंत का समा भी आवे, मैं शस्त्र दे नाल घाव खा के शहीद होवां। आखो सतनाम श्री वाहिगुरु। सतगुरु गुरु गोबिंद सिंह साहब महाराज ने जो ये होली का त्योहार छात्र दिमाग के लोगों ने क्या कि शूद्रां नूं दिता है, गंद पाओ एक दूजे ते। महाराज कहते गंद नहीं पाउणा, तुसीं शस्त्र अपने ते भी जुल्म ना होण दमो। तुहाडीआं अखां दे सामने किसी धी भैण दी इज्जत कोई दुरचारी लोग लुटदे होण तां तुहाडा हथ शमशीर दे कब्जे ते चले जावे। तुसीं धी भैण दी रखिया करनी है, तुसीं बजुर्गां दी और गरीब दी रखिया करनी है। इस वास्ते तुहानूं शमशीर पकड़ाउंदे हां। महाराज दा पहला जिहड़ा खालसा है वो संत है, उस तो बाद सिपाही है।
ਕੋਈ ਵੀ ਵਰਲਡ ਦੇ ਅੰਦਰ ਦੇਸ਼ ਨੇ ਉਹਦੇ ਅੰਦਰ ਜਿਹੜਾ ਡਿਫੈਂਸ ਰੱਖਿਆ ਜਾਂਦਾ ਹੈ, ਫੌਜ ਰੱਖੀ ਜਾਂਦੀ ਹੈ, ਗੁਰੂ ਖਾਲਸਾ ਜੀ ਉਸ ਫੌਜ ਨੂੰ ਦਇਆ ਦਾ ਪਾਠ ਨਹੀਂ ਪੜਾਇਆ ਜਾਂਦਾ। ਇੱਕੋ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਖਾਲਸਾ ਫੌਜ ਹੈ ਜਿਸ ਦੇ ਅੰਦਰ ਪਹਿਲੋਂ ਦਇਆ ਦਾ ਪਾਠ ਹੈ, ਉਸ ਤੋਂ ਬਾਅਦ ਸ਼ਸਤਰ ਦਾ ਪਾਠ ਹੈ। ਦਇਆ ਦਾ ਪਾਠ ਆਨੰਦਪੁਰ ਸਾਹਿਬ ਮਹਾਰਾਜ ਨੇ, ਇਹ ਇੱਕ ਬਹੁਤ ਵੱਡੀ ਗੱਲ ਹੈ ਸੰਸਾਰ ਦੇ ਇਤਿਹਾਸ ਦੇ ਅੰਦਰ ਕਿ ਇੱਕ ਪਾਸੇ ਜੰਗ ਯੁੱਧ ਹੋ ਰਹੇ ਨੇ ਤੇ ਦੂਸਰੇ ਪਾਸੇ ਭਾਈ ਸਾਹਿਬ ਭਾਈ ਬ੍ਰਹਮ ਗਿਆਨੀ ਬਾਬਾ ਕਨਈਆ ਜੀ ਦੁਸ਼ਮਣ ਨੂੰ ਵੀ ਜਲ ਛਕਾ ਰਹੇ। ਕਿਉਂਕਿ ਜੇ ਸ਼ਸਤਰ ਮਾੜੇ ਬੰਦੇ ਦੇ ਕੋਲ ਆ ਗਿਆ ਨਾ, ਵਿਦਵਾਨ ਸੱਜਣ ਕਹਿੰਦੇ ਨੇ, ਕਹਿੰਦੇ ਵਿਦਿਆ ਵਿਵਾਦ ਹੈ ਧਨਕ ਮੰਦਾਤ ਪ੍ਰੇਸੀ ਪੀੜਾ ਨਾ ਹੈ, ਖਾਏ ਸਾਧੂ ਆ ਜਾਵੇ ਛਡੌਲ ਸਰੀਰ ਆ ਜਾਵੇ, ਉਹ ਗਰੀਬ ਤੇ ਅਤਿਆਚਾਰ ਕਰਦਾ ਹੈ, ਆਪਣੇ ਸ਼ਸਤਰ ਦੇ ਨਾਲ ਧੱਕਾ ਚੋਰੀ ਕਰਦਾ ਹੈ। ਪਰ ਜੇ ਇਹ ਸ਼ਸਤਰ ਖਾਲਸੇ ਦੇ ਕੋਲ ਆਉਂਦਾ ਹੈ ਤੇ ਖਾਲਸਾ ਉਸ ਦਾ ਦੁਰਉਪਯੋਗ ਨਹੀਂ ਕਰਦਾ। ਕਿੰਨਾ ਇਤਿਹਾਸ ਪੜਿਆ ਪਿਆ, ਸੁਨਹਿਰੀ ਅੱਖਰਾਂ ਦੇ ਵੀ ਧੀਆਂ ਭੈਣਾਂ ਛਡਾਉਣੀਆਂ ਕੀਤੀਆਂ। ਖਾਲਸਾ ਪੰਥ ਤੁਹਾਡਾ ਭਰਾ ਹੈ, ਤੁਹਾਨੂੰ ਖਾਲਸਾ ਪੰਥ ਦੇ ਹੁੰਦਿਆਂ ਕਿਸੇ ਡਰ ਦੀ ਲੋੜ ਨਹੀਂ, ਭੈ ਦੀ ਲੋੜ ਨਹੀਂ ਹੈ। ਸੋ ਗੁਰੂ ਖਾਲਸਾ ਜੀ ਜਿੱਥੇ ਅੱਜ ਆਪਾਂ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਇਹ ਸਮਾਗਮ ਕਰਦੇ ਹਾਂ, ਉੱਥੇ ਹੋਲੇ ਮਹੱਲੇ ਦੇ ਸਮਾਗਮ ਨੂੰ ਵੀ, ਉਤਸਵ ਨੂੰ ਵੀ ਮਨਾਇਆ ਜਾਂਦਾ ਹੈ। ਅਸੀਂ ਹੋਲੀ ਦੇ ਪੁਜਨੀ ਹਾਂ, ਅਸੀਂ ਹੋਲੇ ਦੇ ਪੁਜਾਰੀ ਕਰਕੇ ਜਿਨ੍ਹਾਂ ਦੀ ਦਾਤ ਲਈ ਹੈ ਵੱਡਿਆਂ ਵਾਲੇ ਹੋ, ਉਸੇ ਭੇਖ ਦੇ ਅੰਦਰ ਹੈ ਵੱਡੇ ਭਾਗਾਂ ਵਾਲੇ ਸਿੱਖਾਂ ਦੇ ਘਰ ਮਿਲਿਆ ਹੈ। ਉਹਨਾਂ ਵਿੱਚ ਬੇਨਤੀ ਹੈ ਕਿ ਪੀਵੋ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਅਜੇ ਵੀ ਕੁਝ ਵਿਗੜਿਆ ਨਹੀਂ ਹੈ। ਗੁਰੂ ਕਲਗੀਧਰ ਦੇ ਚਰਨਾਂ ਦੇ ਵਿੱਚ ਬੇਨਤੀ ਕਰੋ, ਸਤਿਗੁਰੂ ਗਰੀਬ ਨਵਾਜ ਆਪ ਜੀ ਕਿਰਪਾ ਕਰਕੇ ਮੈਨੂੰ ਵੀ ਆਪਣਾ ਸੁਪੁੱਤਰ ਬਣਾ ਲਓ, ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦਿਓ। ਕਿਉਂਕਿ ਅੰਮ੍ਰਿਤ ਤੋਂ ਬਗੈਰ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਮੇਰੇ ਘਰ ਦੇ ਵਿੱਚ ਦਾਖਲਾ ਨਹੀਂ ਹੈ। ਪ੍ਰਥਮ ਰਹਿਤ ਦੀ ਪਾਪ ਜ਼ਰੂਰ ਪ੍ਰਾਪਤ ਕਰੋ। ਪਾਵਨ ਬਾਣੀ ਪੜ੍ਹਦੇ ਹੋ, ਸੁਣਦੇ ਹੋ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾ। ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਦੀ ਪੜ੍ਹੀ ਸੁਣੀ ਗਾਈ ਹੋਈ ਕੀਤੀ ਹੋਈ ਸੇਵਾ ਸਫਲ ਹੈ। ਹੁਣ ਗੁਰੂ ਦੀ ਆਗਿਆ ਕੀ ਹੈ? ਗੁਰੂ ਕਲਗੀਧਰ ਮਹਾਰਾਜ ਦੇ ਪਾਵਨ ਬਚਨ ਨੇ, ਇਹੋ ਮੋਰ ਆਗਿਆ ਸੁਨੋ ਹੈ ਪਿਆਰੇ, ਬਿਨਾ ਸ਼ਸਤਰ ਕੇ ਸੰਗ ਦਿਉ ਨਾ ਦਿਦਾਰੇ। ਨਿਸ਼ਾਨੇ ਸਿੱਖੀ ਪੰਜ ਹਰਫ ਅਸਤਕਾਫ, ਹਰ ਗਿਜਨਾ ਵਾਂਸ਼ਦ ਈ ਪੰਜੇ ਮਾਫ, ਕੜਾ ਕਾਰ ਦੋ ਕਰਸ਼ਕੰਗੇ ਬ੍ਰਿਦਾ, ਬਿਲਾ ਕੇਸ ਹੇਚ ਅਸ ਜੁਮਲੇ ਨਿਸ਼ਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਭਾਈ ਗੁਰੂ ਕੇ ਸਿੱਖੋ, ਤੁਸੀਂ ਖਾਲਸੇ ਪੰਥ ਦੇ ਅੰਦਰ ਆਉਣਾ ਕਰੋ, ਅਮਰ ਦੀ ਦਾਤ ਲੈਣੀ ਕਰੋ, ਆਪਣੇ ਸਰੀਰ ਤੇ ਪੰਜੇ ਨਿਸ਼ਾਨੀਆਂ ਧਾਰਨ ਕਰੋ, ਕੇਸ ਰੱਖੋ ਜਟਾ ਜੂਟ ਹੋਵੋ, ਔਰ ਰੋਮਾਂ ਦੀ ਬੇਅਦਬੀ ਨਾ ਕਰੋ, ਰੋਮਾਂ ਨੂੰ ਰੰਗ ਨਾ ਲਾਓ, ਸੱਚਾ ਰੰਗ ਲਾਉਣਾ ਕਰੋ। ਰੋਮਾਂ ਨੂੰ ਰੰਗ ਨਹੀਂ ਲਾਉਣਾ ਚਾਹੀਦਾ ਭਾਈ, ਕਿਉਂਕਿ ਇਹ ਸਾਡੇ ਇਤਿਹਾਸ ਦੇ ਅੰਦਰ ਵੀ ਬਚਨ ਨੇ। ਜਦੋਂ ਸ਼ੇਰੇ ਪੰਜਾਬ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀਆਂ ਨੇ ਇੱਕ ਕਹਿੰਦੇ ਨੇ, ਮੈਂ ਪੰਜਾਬ ਦਾ ਇਸ ਖਾਲਸਾ ਰਾਜ ਦਾ ਮਾਲਕ ਹਾਂ, ਸਾੜਾ ਜਿਹੜਾ ਇਸ ਨੂੰ ਕਾਲਾ ਕਰ ਲਿਆ ਕਰੋ, ਇਹ ਦਾੜਾ ਮੇਰਾ ਕਾਲਾ ਕਰ ਲਿਆ ਕਰਾਂ ਮੈਂ, ਤੁਸੀਂ ਆਗਿਆ ਦਿੰਦੇ ਹੋ? ਕਿਉਂਕਿ ਕੁਝ ਵਾਲ ਚਿੱਟੇ ਹੋ ਗਏ ਨੇ। ਤੇ ਉਸ ਸਮੇਂ ਅਕਾਲੀ ਫੂਲਾ ਸਿੰਘ ਜੀਆਂ ਨੇ ਜੋ ਬਚਨ ਕਿਹਾ ਹੈ, ਉਹ ਇਸ ਤਰ੍ਹਾਂ ਲਿਖਿਆ ਇਤਿਹਾਸ ਦੇ ਅੰਦਰ, ਜਾ ਕਹਿ ਦੇ ਅੱਗੇ ਨੂੰ ਕਿਉਂ ਕਾਲੇ ਕਰਦਾ ਬੱਗੇ ਨੂੰ, ਜਦ ਪਤਾ ਇੱਕ ਦਿਨ ਮਰਨਾ ਫਿਰ ਮੂੰਹ ਕਾਲਾ ਕਿਉਂ ਕਰਨਾ। ਐਸਾ ਬਚਨ ਕਿਹਾ ਅਕਾਲੀ ਫੂਲਾ ਸਿੰਘ ਸਾਹਿਬ ਜੀਆਂ ਨੇ ਇੱਕ ਜਥੇਦਾਰ ਦੀ ਵੱਡੀ ਹੈਸੀਅਤ ਦੇ ਨਾਲ, ਕਿ ਸ਼ੇਰੇ ਪੰਜਾਬ ਨੂੰ ਇਹ ਗੱਲ ਕਹਿ ਜਾ ਕੇ, ਕਿਉਂਕਿ ਉਹਨਾਂ ਦੀ ਇੱਕ ਅੱਖ ਜਿਹੜੀ ਸੀ ਉਹ ਮਰ ਗਈ ਸੀ। ਐਸਾ ਬਚਨ ਸਿੱਧਾ ਹੀ ਕਹਿ ਦਿੱਤਾ ਕਿ ਜਦ ਇੱਕ ਪਤਾ ਇੱਕ ਦਿਨ ਮਰ ਜਾਣਾ ਫਿਰ ਮੂੰਹ ਕਾਲਾ ਕਿਉਂ ਕਰਨਾ ਹੈ। ਸੋ ਗੁਰੂ ਖਾਲਸਾ ਜੀ ਇਹ ਜਿਹੜੇ ਝੂਠੇ ਰੰਗ ਨੇ ਇਹਨਾਂ ਤੋਂ ਆਪਾਂ ਨਿਜਾਤ ਲਈਏ, ਸੱਚੇ ਰੰਗ ਦੇ ਨਾਲ ਜੁੜੀਏ। ਲਾਲ ਰੰਗ ਤਿਸ ਕੋ ਲੱਗਾ ਜਿਸਕੇ ਬੜਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ। ਉਹ ਰੰਗ ਨੂੰ ਚਾੜਨਾ ਕਰੀਏ ਜਿਹੜਾ ਰੰਗ ਕਦੇ ਵੀ ਨਹੀਂ ਉਤਰਦਾ, ਜਿਹੜਾ ਰੰਗ ਸਦਾ ਹੀ ਚੜਿਆ ਰਹਿੰਦਾ ਹੈ। ਜੇ ਆਪਾਂ ਰੋਮਾਂ ਤੇ ਇਹ ਰੰਗ ਲਾਉਂਦੇ ਹਾਂ, ਇਹ ਰੰਗ ਤਾਂ 2-4 ਦਿਨਾਂ ਦਾ ਹੁੰਦਾ, ਫਿਰ ਲੈ ਜਾਂਦਾ ਹੈ, ਫਿਰ ਲਾਉਣਾ ਪੈਂਦਾ ਹੈ।
जे आपां नाम दा रंग लाइए, सतगुरु महाराज दी पावन बाणी दा रंग लाइए, महाराज दे उपदेशां दा रंग लाइए, वो सदा वास्ते चढ़िया रहेगा, वो कदे भी लथेगा नहीं। वो भावें फिर बंद बंद कट्टे गए, भावें खोपर लै गए, भावें सीस धड़ नालों वख हो गया, भावें उन्होंने नीहां विच चिण दिता गया, भावें उन्होंने 10 लाख फौज के अंदर 40 ਸਿੰਘਾਂ ਨੂੰ मुकाबला करना पिया, पर वो रंग जिहड़ा वो लथिया नहीं है। वो रंग लाउण की बड़ी कोशिश की गई, पर वो सच्चा रंग सी, वो मजीठ का रंग सी, वो लिहा नहीं है। सो गुरु खालसा जी अमर की दात प्राप्त करो ते सतगुरु महाराज साहब जी दे दिते होए उन्हां बेजवानां नूं मारिया जा रहा है। उनका दित्तियां सतगुरु जी ने सानू दबले कुचले लोगों नूं उपर चुकिया, सतगुरु जी ने सानू सुतंत्रता दिवाउणी कीती, सतगुरु महाराज साहब जी ने सानू सरदारियां दित्तियां, सतगुरु महाराज साहब जी ने इन पुत्रन के शीस पर वार दिए सुतचार, चार मुए तो क्या हुआ जीवत कई हजार। अपने वार के सानू अपने सुपुत्र और सुपुत्रियां बनाया। ते गुरु खालसा जी अज महाराज साहब जी का सिख वो शराब के ठेकियां ते खड़ा होवे, अज सतगुरु महाराज साहब जी का सिख मीट वालियां दुकानां ते खड़ा होवे, उसनूं शर्म आउणी चाहिदी है। सतगुरु महाराज साहब जी का सिख तां गुरु दरबार के अंदर शोभा पाउंदा है, सतगुरु महाराज साहब जी का सिख तां सेवा करदा शोभा पाउंदा है। इस करके खालसा जी इन्हां कुरीतियां नूं निजात दिवा के, इन्हां कुरीतियां तो परा हो करके आपां सतगुरु महाराज साहब जी दे दित्ते होए उपदेशां संदेशां ते चलीए, तां साडे समागम होले महत्तम करने समागम फिर धनता योग हन। क्योंकि जिनका दिन मनाते हो उनकी बात को भी समझो, जिन्हां दा दिन मनाते हो खालसा जी उन्हां दे बचनां नूं भी समझो, उन्हां दे उपदेश नूं भी समझो। आओ हुण मैं इत्थे ही अपनी बाणी नूं विराम दिंदा हां। भुल्लां चूकां दी आप जी ने माफ़ी बख्शी करनी। विद्यार्थी जीवन है, कोई गुण नहीं है, ना हो जति सती नहीं पढ़िया, मूर्ख मुगदा जन्म पया, प्रणवत नानक तिन की सरना, जिंतु नाही विसरिया। शुकराना सतगुरु साहिब महाराज गुरुद्वारा गुरमत संगीत विद्याला बुंगा साहब रामपुर तो, जिन्हां गुरु सवारे गुरु प्यारे महापुरुषों के दिते हुए उपदेश संदेश मुताबक आप जी दे नाल विचार सांझी कीती है। साडे बजुर्ग महात्मा बाबा हरवंश दास जी और होर भेख दे निर्मल संप्रदाय दे महापुरुष बैठे न, सारियां दे चरणां ते नमस्कार। मौजूदा महापुरुष बाबा गुरमुख सिंह जी, बाबा जसवीर सिंह जी, उन्हां दा धन्नवाद है जिन्हां ने मेरे वर्गे अणजाण विद्यार्थी नूं सतगुरु महाराज साहब जी की गोद दे विच बिठा करके आप गुर संगत जी के समक्ष सेवा करने का सुभाग दिवाउणा कीता। आओ सतगुरु साहब जी की खुशी नूं प्राप्त करिए। विचार करदे हां गुरमत अनुसार कोई शब्द तुहानूं कौड़ा लग्या होवे तां अणजाण विद्यार्थी नूं माफ़ कर दिओ। गुरु के उपदेश नूं हिरदे दे विच धारण करो। संबत साहा लिखिया मिल कर पावो तेल, देहो सज्जण असीसड़ियां, ज्यों होवै साहिब स्यों मेल। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। साध संगत जी सन बहुत ही सत्कारयोग श्रीमान बाबा अवतार सिंह जी गुरुद्वारा गुरमत संगीत विद्याला बुंगा साहिब रामपुर तो बाबा जी का बहुत बहुत धन्यवाद। और मैं नाल ही बेनती करा महंत चमकौर सिंह जी लोहगढ़ वाले महापुरखों को कि बाबा जी ने गुरु घर की बख्शिश ਸਰੋਪਾ ਉਡਣ ਦੀ ਕਿਰਪਾਲਤਾ ਕਰਨ ਜੀ।